पेश है बनौटी बौद्धिकता ते आधारित विज्ञान लड़ीवार आउण वाला कल दी 8वीं कड़ी। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਬਣੌਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਨਵੇਂ ਲੜੀਵਾਰ ਆਉਣ ਵਾਲਾ ਕੱਲ ਦੀ 8ਵੀਂ ਕੜੀ 'ਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਨਮਸਤੇ। ਇਸ ਵਿਗਿਆਨ ਲੜੀਵਾਰ ਦੀਆਂ ਪਿਛਲੀਆਂ ਕੜੀਆਂ 'ਚ ਅਸੀਂ ਬਣਾਉਟੀ ਬੌਧਿਕਤਾ ਨਾਲ ਭਵਿੱਖ ਵਿੱਚ ਹੋਣ ਵਾਲੇ ਬਦਲਾਵਾਂ ਦੀ ਕੀਤੀ ਸੀ ਨਕਸ਼ਾਕਸ਼ੀ। ਹਾਂਜੀ, ਅਸੀਂ ਸੁਣ ਚੁੱਕੇ ਹਾਂ ਕਿ ਇੱਕ ਸਧਾਰਨ ਕੈਲਕੂਲੇਟਰ ਤੋਂ ਲੈ ਕੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਚਿਹਰੇ ਪਹਿਚਾਨਣ ਤੱਕ ਵੀ। ਚਿਹਰੇ ਪਹਿਚਾਨਣ ਦਾ ਕੰਮ ਤਾਂ ਆਮ ਹੀ ਹੋ ਗਿਆ। ਹੁਣ ਅਸੀਂ ਪਹੁੰਚ ਚੁੱਕੇ ਹਾਂ ਸੋਚਣ ਵਾਲੀਆਂ ਮਸ਼ੀਨਾਂ ਦੀ ਜਦ ਵਿੱਚ। ਇਹਨਾਂ ਮਸ਼ੀਨਾਂ ਦੇ ਪੈਣਗੇ ਬਹੁਤ ਹੀ ਜ਼ਿਆਦਾ ਪ੍ਰਭਾਵ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ। ਲਿਆਏਗੀ ਇਹ ਸਾਡੇ ਸਮਾਜਿਕ, ਆਰਥਿਕ, ਨੈਤਿਕ ਤੇ ਸਿਆਸੀ ਪਿੜ ਵਿੱਚ ਬਹੁਤ ਹੀ ਵੱਡੇ ਤੇ ਗੁਣਾਤਮਕ ਬਦਲਾਅ। ਇਹਨਾਂ ਮਸ਼ੀਨਾਂ ਨਾਲ ਬਦਲ ਜਾਵੇਗੀ ਸਾਡੀ ਜੈਵਿਕ ਵੰਨ-ਸੁਵੰਨਤਾ। ਆਉਣਗੇ ਇਸ ਨਾਲ ਮਨੁੱਖੀ ਸੋਚ ਵਿੱਚ, ਵਰਤਾਅ ਵਿੱਚ ਤੇ ਵਤੀਰੇ 'ਚ ਬਦਲਾਅ। ਇਸ ਬਣੌਟੀ ਬੌਧਿਕਤਾ ਨੇ ਪ੍ਰਭਾਵਿਤ ਕਰਨਾ ਹੈ ਸਿੱਖਿਆ, ਸਿਹਤ, ਉਤਪਾਦਨ ਅਮਲ, ਪ੍ਰਸ਼ਾਸਨ ਤੇ ਰੋਜ਼ਗਾਰ ਬਾਜ਼ਾਰ ਨੂੰ ਵੀ। ਬਣੇਗੀ ਇਹ ਸਾਡਾ ਰਾਹ ਦਸੇਰਾ ਅਣਜਾਣੇ ਰਾਹ ਤੇ ਤੁਰਨ ਦੇ ਲਈ। ਇਸ ਬਣੌਟੀ ਬੌਧਿਕਤਾ ਨੇ ਬਦਲ ਦੇਣਾ ਹੈ ਸੰਤੁਲਨ ਸਾਡੇ ਤੇ ਕੰਟਰੋਲ ਕਰਨ ਵਾਲੀਆਂ ਤਾਕਤਾਂ ਦੇ ਦਰਮਿਆਨ। ਕੰਟਰੋਲ ਦੇ ਨਵੇਂ-ਨਵੇਂ ਆ ਜਾਣਗੇ ਹਥਿਆਰ ਤੇ ਨਾਲ ਦੀ ਨਾਲ ਇਹ ਲਿਆਏਗੀ ਨਵੀਆਂ ਚੁਣੌਤੀਆਂ ਵੀ, ਵਿਸ਼ੇਸ਼ ਕਰਕੇ ਨੈਤਿਕ ਤੇ ਸੰਵਿਧਾਨਿਕ ਚੁਣੌਤੀਆਂ। ਸਾਡੇ ਸਾਹਮਣੇ ਪ੍ਰਗਟ ਹੋ ਜਾਣਗੇ ਮਨੁੱਖੀ ਹੱਕਾਂ ਦੇ ਮਾਮਲੇ ਵੀ। ਪਰ ਵੱਜੇਗੀ ਸੱਟ, ਵੱਡੀ ਸੱਟ ਸਾਡੀ ਨਿਜਤਾ ਦੇ ਉੱਪਰ ਵੀ। ਕਿਤੇ ਵੀ ਹੋ ਸਕੇਗੀ ਜਾਸੂਸੀ, ਨਿਗਾਰ ਆ ਸਕਦਾ ਹੈ ਮਨੁੱਖੀ ਸੰਬੰਧਾਂ 'ਚ ਤੇ ਪਰਿਵਾਰਾਂ 'ਚ। ਬਿਲਕੁਲ, ਸਿੱਖਿਆ 'ਚ ਬਦਲਾਅ ਤਾਂ ਸਾਡੇ ਸਾਹਮਣੇ ਆ ਕੋਵਿਡ-19 ਮਹਾਮਾਰੀ ਨੇ ਲਿਆ ਦਿੱਤਾ। ਤੁਸੀਂ ਦੇਖਿਆ ਹੀ ਹੈ, ਅਧਿਆਪਕ ਵਿਦਿਆਰਥੀ ਦਾ ਮੇਲ-ਜੋਲ ਖਤਮ, ਬੱਚਿਆਂ ਦਾ ਮੇਲ-ਜੋਲ ਖਤਮ, ਅਧਿਆਪਕਾਂ ਤੇ ਬੱਚਿਆਂ ਉੱਪਰ ਜ਼ਿਆਦਾ ਬੋਝ। ਪਰ ਵੱਧ ਰਹੀ ਹੈ ਉਤਸੁਕਤਾ ਇਸ ਬਣੌਟੀ ਬੌਧਿਕਤਾ ਦੇ ਖੇਤਰ 'ਚ ਖੋਜ ਤੇ ਤਕਨਾਲੋਜੀ ਨਾਲ ਪੁੱਟੀਆਂ ਜਾਂਦੀਆਂ ਤੇ ਭਵਿੱਖ 'ਚ ਪੁੱਟੀਆਂ ਜਾਣ ਵਾਲੀਆਂ ਪੁਲਾਂਘਾਂ ਦੇ ਜਾਣਨ ਲਈ। ਬਣੌਟੀ ਬੌਧਿਕਤਾ ਨਾਲ ਬਣੀਆਂ ਮਸ਼ੀਨਾਂ ਨੇ ਤਾਂ ਕਰ ਲਿਆ ਪ੍ਰਵੇਸ਼ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਵੀ। ਹਾਂ ਬਿਲਕੁਲ, ਸੈਂਸਰ ਲਾ ਕੇ ਬਿਨਾਂ ਸਵਿਚ ਦੱਬੇ ਜਲ ਬੁਝ ਸਕਦੀਆਂ ਨੇ ਸਟਰੀਟ ਲਾਈਟਾਂ, ਹਨੇਰੇ ਚਾਨਣ ਦੇ ਹਿਸਾਬ ਨਾਲ ਹੀ। ਬਿਲਕੁਲ, ਸੈਂਸਰਾਂ ਨਾਲ ਕਈ ਕੰਮ ਹੁੰਦੇ ਨੇ। ਹੁਣ ਤਾਂ ਬਹੁ ਮੰਜ਼ਲੀਆਂ ਇਮਾਰਤਾਂ 'ਚ ਪਾਣੀ ਦੀਆਂ ਟੈਂਕੀਆਂ ਭਰਨ ਵਾਸਤੇ ਵੀ ਬਿਜਲੀ ਦੀ ਮੋਟਰ ਆਪਣੇ ਆਪ ਹੀ ਚੱਲ ਪੈਂਦੀ ਹੈ ਜਦ ਉੱਪਰਲੀ ਟੈਂਕੀ ਵਿੱਚ ਪਾਣੀ ਇੱਕ ਹੱਦ ਤੋਂ ਘਟ ਜਾਏ। ਘਰ ਦੇ ਫ੍ਰਿਜ ਨੂੰ ਹੀ ਵੇਖ ਲਓ, ਘਰ ਦੇ ਫ੍ਰਿਜ ਨੂੰ ਬੱਚੇ ਆਪੇ ਨਾ ਖੋਲ ਸਕਣ, ਇਸ ਕੰਮ ਲਈ ਵੀ ਚਿਹਰੇ ਦੀ ਪਹਿਚਾਣ ਦੀ ਕੀਤੀ ਜਾ ਰਹੀ ਹੈ ਵਰਤੋਂ। ਹਾਂਜੀ, ਆਧੁਨਿਕ ਜੀਵਨ ਵਿੱਚ ਤਾਂ ਸੋਸ਼ਲ ਮੀਡੀਆ 'ਚ ਜੋ ਕੁਝ ਅਸੀਂ ਸੂਚਨਾ ਦਿੰਨੇ ਆ ਜਾਂ ਜੋ ਅਸੀਂ ਪਸੰਦ ਕਰਦੇ ਆ ਉਹਦਾ ਡਾਟਾ ਬੈਂਕ ਬਣ ਜਾਂਦਾ ਹੈ। ਬਿਲਕੁਲ, ਤੇ ਉਸੇ ਦੇ ਸਹਾਰੇ ਤਾਂ ਮੋਬਾਈਲ 'ਚ ਉਹੀ ਵਿਗਿਆਪਨ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਤੁਸੀਂ ਕਈ ਵਾਰ ਵੇਖਣ ਦੀ ਕੋਸ਼ਿਸ਼ ਕੀਤੀ ਹੋਵੇ। ਸਟੋਰ ਹੋ ਜਾਂਦੀਆਂ ਨੇ ਤੁਹਾਡੀਆਂ ਵਿਅਕਤੀਗਤ ਪਸੰਦਾਂ ਜਾਂ ਨਾਪਸੰਦਾਂ। ਤੁਹਾਡੀਆਂ ਤਰਜੀਹਾਂ ਜਾਣ ਕੇ ਕਰਦੇ ਨੇ ਵਪਾਰ ਆਧੁਨਿਕ ਵਪਾਰੀ ਬਣਾਉਟੀ ਬੌਧਿਕਤਾ ਦੇ ਸਹਾਰੇ। ਇਹੀ ਤਾਂ ਕਾਰਨ ਹੈ ਕਿ ਸਾਡੀ ਨਿਜਤਾ ਜਗ ਜ਼ਾਹਰ ਹੋ ਜਾਂਦੀ ਹੈ। ਮੋਬਾਈਲ ਕੰਪਨੀਆਂ ਜਾਂ ਕੰਪਿਊਟਰ ਕੰਪਨੀਆਂ ਜਾਂ ਫੇਸਬੁੱਕ, ਟਵਿੱਟਰ ਜਾਂ ਹੋਰ ਐਪਸ, ਇਹਦੇ ਤੇ ਸਾਡੀ ਦਿੱਤੀ ਸੂਚਨਾ ਵਿਕਦੀ ਹੈ, ਉਹ ਵੀ ਮਹਿੰਗੇ ਭਾਅ। ਇਸੇ ਸੂਚਨਾ ਨੂੰ ਖਰੀਦ ਕੇ ਵਪਾਰੀ ਜਾਣ ਲੈਂਦਾ ਹੈ ਵੱਖ-ਵੱਖ ਖੇਤਰਾਂ 'ਚ ਲੋਕਾਂ ਦੀ ਪਸੰਦ, ਨਾਪਸੰਦ ਜਾਂ ਉਹਨਾਂ ਦੀਆਂ ਤਰਜੀਹਾਂ। ਬਸ ਇਸੇ ਸੂਚਨਾ ਦਾ ਵਿਸ਼ਲੇਸ਼ਣ ਕਰਕੇ ਉਹ ਤਿਆਰ ਕਰ ਲੈਂਦਾ ਹੈ ਨਵੇਂ ਉਤਪਾਦ ਤੇ ਉਤਾਰ ਦਿੰਦਾ ਹੈ ਬਾਜ਼ਾਰ 'ਚ। ਕਿਉਂਕਿ ਤੁਸੀਂ ਕੀ ਵੇਖਦੇ ਹੋ ਜਾਂ ਵੇਖਣਾ ਪਸੰਦ ਕਰਦੇ ਹੋ, ਉਸੇ ਦੇ ਸਹਾਰੇ ਹੁਣ ਵਿਗਿਆਪਨ ਏਜੰਸੀਆਂ ਤਿਆਰ ਕਰਦੀਆਂ ਨੇ ਵਿਗਿਆਪਨ ਵੀ।
ਤੇ ਖਿੱਚ ਲੈਂਦੀਆਂ ਨੇ ਤੁਹਾਨੂੰ ਆਪਣੇ ਵੱਲ ਉਹਨਾਂ ਵਿਗਿਆਪਨਾਂ ਦੇ ਰਾਹੀਂ। ਅੱਛਾ, ਤਾਂ ਹੁਣ ਸਮਝ ਆਇਆ ਹੈ ਕਿ ਕਿਵੇਂ ਇਹ ਬਣਾਉਟੀ ਬੌਧਿਕਤਾ ਤਿਆਰ ਕਰਦੀ ਹੈ ਲੋਕਾਂ ਦੀ ਰਾਏ ਤੇ ਲੋਕਾਂ ਨੂੰ ਪਿੱਛੇ ਲਾਉਂਦੀ ਹੈ। ਹਾਂਜੀ, ਹਕੀਕੀ ਸੰਸਾਰ ਯਾਨੀ ਰੀਅਲ ਵਰਲਡ ਨਾਲੋਂ ਤੋੜ ਕੇ ਜੋੜ ਦਿੰਦੀ ਹੈ ਆਭਾਸੀ ਯਾਨੀ ਕਿ ਵਰਚੁਅਲ ਵਰਲਡ ਦੇ ਨਾਲ। ਜਾਣੇ ਅਣਜਾਣੇ ਤੁਹਾਡੀ ਰਾਏ ਕਰ ਲੈਂਦੀ ਹੈ ਇਹਨੂੰ ਪ੍ਰਭਾਵਿਤ। ਮੈਨੂੰ ਤਾਂ ਇੰਜ ਲੱਗਦਾ ਹੈ ਕਿ ਆ ਚੋਣਾਂ ਦੌਰਾਨ ਵੀ ਇਸੇ ਡਾਟਾ ਦੇ ਆਧਾਰ ਤੇ ਬਣਾ ਦਿੱਤੀ ਜਾਂਦੀ ਹੈ ਇੱਕ ਰਾਏ ਤੇ ਜਿਤਾ ਦਿੱਤੀਆਂ ਜਾਂਦੀਆਂ ਨੇ ਚੋਣਾਂ ਵੀ ਹਕੀਕਤ ਉੱਪਰ ਪਰਦਾ ਪਾ ਕੇ। ਪਤਾ ਚੱਲ ਗਿਆ ਨਾ ਪ੍ਰਭਾਣੀਏ ਕਿ ਕਿਵੇਂ ਪੈਦਾ ਕਰ ਸਕਦੀ ਹੈ ਖਤਰਾ ਲੋਕਤੰਤਰਾਂ ਨੂੰ ਇਹ ਬਣਾਉਟੀ ਬੌਧਿਕਤਾ ਬਿਨਾਂ ਕਿਸੇ ਹਕੀਕਤ ਦੇ ਵੀ। ਪਰ ਮੈਂ ਸੋਚ ਰਹੀ ਹਾਂ ਕਿ ਇੰਜ ਤਾਂ ਚਿਹਰੇ ਦੀ ਪਹਿਚਾਣ ਚੋਰੀ ਹੋਣ 'ਚ ਵੀ ਪਾ ਸਕਦੀ ਹੈ ਖਲਲ, ਕਿਉਂ ਜੋ ਚਿਹਰਾ ਪਹਿਚਾਣ ਦਰਵਾਜ਼ਾ ਖੁੱਲਣ ਹੀ ਨਹੀਂ ਦੇਵੇਗਾ। ਹਾਂ, ਹੋ ਸਕਦਾ ਹੈ, ਪਰ ਜਿਹੜੀ ਚੋਰੀ ਉਹਨੇ ਤੁਹਾਡੀਆਂ ਆਦਤਾਂ ਦੀ ਕਰ ਲਈ ਉਸ ਨਾਲ ਤਾਂ ਉਹ ਤੁਹਾਡੇ ਮਨ, ਮਸਤਕ ਤੇ ਸਰੀਰ ਵਿੱਚ ਵੜ ਕੇ ਬੈਠ ਗਈ ਹੈ। ਉਹਨੂੰ ਕਿਵੇਂ ਕੱਢੋਗੇ ਬਾਹਰ? ਪਰ ਆਪਣੇ ਕੰਮ ਉੱਪਰ ਬੈਠੇ ਵੀ ਅਸੀਂ ਆਪਣੇ ਘਰ 'ਚ ਕੀ ਹੋ ਰਿਹਾ ਹੈ ਉਹਦੇ ਤੇ ਨਜ਼ਰ ਤਾਂ ਰੱਖ ਹੀ ਸਕਦੇ ਹਾਂ। ਹਾਂਜੀ ਬਿਲਕੁਲ, ਹੁਣ ਤਾਂ ਤੁਸੀਂ ਬੈਠੇ ਬੋਲੀ ਜਾਓ, ਟਾਈਪ ਆਪੇ ਹੁੰਦਾ ਜਾਏਗਾ, ਆਪਣੇ ਆਪ ਬਿੱਲ ਬਣ ਕੇ ਸਾਹਮਣੇ ਆ ਜਾਏਗਾ। ਬਦਲ ਰਿਹਾ ਹੈ ਵਪਾਰ ਦਾ ਤੌਰ ਤਰੀਕਾ ਵੀ। ਹਾਂ ਲਓ ਜੀ, ਹੁਣ ਤਾਂ ਡਾਕਟਰ ਸਾਹਿਬ ਆ ਗਏ ਨੇ, ਇਹਨਾਂ ਦਾ ਸਵਾਗਤ ਕਰਦੇ ਹਾਂ। ਆਓ ਡਾਕਟਰ ਸਾਹਿਬ, ਆ ਜਾਓ ਆ ਜਾਓ। ਥੈਂਕ ਯੂ ਜੀ, ਥੈਂਕ ਯੂ। ਆਓ ਜੀ ਪਲੀਜ਼। ਹੁਣ ਅਸੀਂ ਇਹਨਾਂ ਦੀ ਮਾਹਿਰ ਰਾਏ ਲਵਾਂਗੇ। ਬਿਲਕੁਲ ਸਰ, ਅਸੀਂ ਬਣਾਉਟੀ ਬੌਧਿਕਤਾ ਤੇ ਆਫਤਾਂ ਬਾਬਤ ਚਰਚਾ ਕਰ ਰਹੇ ਸੀ। ਅੱਛਾ। ਹੁਣ ਤੁਸੀਂ ਹੀ ਪਾਓ ਚਾਨਣਾ ਇਹਨਾਂ ਪੁੱਛਾਂ ਤੇ, ਕਰੋ ਸਾਡੀ ਸ਼ੰਕਾ ਨਿਵਰਤੀ। ਕਹਿੰਦੇ ਨੇ ਕਿ ਬਣਾਉਟੀ ਬੌਧਿਕਤਾ ਨਾਲ ਬਣੇ ਰੋਬੋਟ ਤੇ ਚੈਟਬੋਟ ਤਾਂ ਬਹੁਤ ਹੀ ਕਾਰਗਰ ਸਾਬਤ ਹੁੰਦੇ ਨੇ ਆਫਤਾਂ 'ਚ ਘਿਰੇ ਲੋਕਾਂ ਨੂੰ ਕੱਢਣ ਲਈ। ਬਿਲਕੁਲ ਠੀਕ ਗੱਲ ਹੈ। ਅਸੀਂ ਇਹਦੇ ਨਾਲ ਡੂੰਘੇ ਮਲਬੇ ਵਿੱਚ ਦਬੇ ਲੋਕਾਂ ਦੇ ਦਿਲ ਦੀ ਜਾਂ ਨਬਜ਼ ਦੀ ਆਹਟ ਵੀ ਸੁਣ ਸਕਦੇ ਹਾਂ ਤੇ ਉਹਨਾਂ ਨੂੰ ਬਚਾ ਵੀ ਸਕਦੇ ਹਾਂ। ਡਾਕਟਰ ਸਾਹਿਬ, ਰਾਹਤ ਕਾਰਜਾਂ 'ਚ ਕਿਵੇਂ ਭੂਮਿਕਾ ਨਿਭਾਉਂਦੀ ਹੈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI? ਆਫਤਾਂ ਵਿੱਚ ਰਾਹਤ ਕਾਰਜਾਂ ਦੌਰਾਨ ਸਮੱਗਰੀ ਦੇ ਭੰਡਾਰ ਦਾ ਹਿਸਾਬ, ਕਿਸੇ ਪ੍ਰਕਾਰ ਦੀ ਸਮੱਗਰੀ ਦੀ ਘਾਟ, ਲੋਕਾਂ ਦੀ ਤਰਜੀਹ, ਸਹੀ ਲੋਕਾਂ ਤੱਕ ਸਮੱਗਰੀ ਪਹੁੰਚਾਉਣ ਦਾ ਕਾਰਜ, ਸਟੀਕਤਾ ਤੇ ਤੇਜ਼ੀ ਨਾਲ ਨਿਪਟਾਉਣ ਦੇ ਵਾਸਤੇ AI ਵਾਲੀ ਚੈਟਬੋਟ ਤਾਂ ਇੱਕ ਬਹੁਤ ਵੱਡੀ ਸਹੂਲਤ ਹੈ। ਤੇ ਸਰ, ਬੱਚਿਆਂ ਲਈ ਕਿਵੇਂ ਸਹਾਈ ਹੋ ਸਕਦੀ ਹੈ AI? ਗੁੰਮਸ਼ੁਦਾ ਦੀ ਭਾਲ ਵਿੱਚ ਵੀ ਹੁਣ ਤੱਕ ਕੰਮ ਆਏਗੀ ਇਹ ਬਣਾਉਟੀ ਬੌਧਿਕਤਾ। ਛੋਟੇ ਬੱਚਿਆਂ ਦੇ ਇੱਕ ਚਿੱਪ ਲਗਾਓ, ਬਸ ਜਾਣਕਾਰੀ ਮਿਲਦੀ ਰਹੇਗੀ ਕਿ ਉਹ ਕਿੱਥੇ ਨੇ, ਕਿਸੇ ਮੁਸੀਬਤ 'ਚ ਤਾਂ ਨਹੀਂ ਫਸੇ। ਠੀਕ ਹੈ ਸਰ ਕਿ ਬਣਾਉਟੀ ਬੌਧਿਕਤਾ ਦਾ ਬੋਲਬਾਲਾ ਹੁਣ ਜੀਵਨ ਦੇ ਹਰ ਖੇਤਰ 'ਚ ਹੋ ਗਿਆ, ਪਰ ਇਸ ਨਾਲ ਰੁਜ਼ਗਾਰ ਉੱਪਰ ਵੀ ਤਾਂ ਸੱਟ ਵੱਜੀ ਹੈ, ਇਨਸਾਨੀ ਰਿਸ਼ਤੇ ਵੀ ਤੜਕੇ ਨੇ। ਮੋਹ ਭਿੱਜੀ ਹਕੀਕਤ ਦੀ ਬਜਾਏ ਆਭਾਸੀ ਹੋ ਗਿਆ ਸਭ ਕੁਝ ਡਾਕਟਰ ਸਾਹਿਬ। ਨਹੀਂ, ਹਾਂ ਠੀਕ ਹੈ, ਪਰ ਬਿਲਕੁਲ ਨਾ ਮਿਲਣ ਨਾਲੋਂ ਆਭਾਸੀ ਮੇਲ ਮਿਲਾਪ ਵੀ ਤਾਂ ਮਾਨਸਿਕ ਤਸੱਲੀ ਤੇ ਖੁਸ਼ੀ ਪ੍ਰਦਾਨ ਕਰਦਾ ਹੈ। ਫੋਟੋ ਵੇਖ ਕੇ ਹੀ ਅਸੀਂ ਖੁਸ਼ ਹੋ ਜਾਂਦੇ ਹਾਂ। AI ਤਾਂ ਉਸ ਤੋਂ ਅੱਗੇ ਵਾਲਾ ਪੜਾਅ ਹੈ, ਜਿਉਂਦਾ ਜਾਗਦਾ ਆਭਾਸੀ ਮੇਲ ਜੋਲ। ਜਦ ਤੁਸੀਂ ਦੂਰ ਦੁਰਾਡੇ ਬੈਠੇ ਹੋ, ਕਿਸੇ ਖੁਸ਼ੀ ਗਮੀ ਵਿੱਚ ਖੁਦ ਆ ਕੇ ਸ਼ਰੀਕ ਨਹੀਂ ਹੋ ਸਕਦੇ, ਤਾਂ ਬਣਾਉਟੀ ਬੌਧਿਕਤਾ ਦੇ ਰਾਹੀਂ ਇੱਕ ਦੂਜੇ ਦੇ ਆਮਣੇ ਸਾਹਮਣੇ ਆ ਕੇ ਕਿਸੇ ਵੀ ਕਾਰਜ ਵਿੱਚ ਸ਼ਾਮਲ ਤਾਂ ਹੋ ਹੀ ਸਕਦੇ ਹੋ ਤੇ ਆਮਣੇ ਸਾਹਮਣੇ ਘਰ ਦੇ ਜੀਆਂ ਨਾਲ ਚਰਚਾ ਵੀ ਕਰ ਸਕਦੇ ਹੋ। ਡਾਕਟਰ ਸਾਹਿਬ, ਇਹੀ ਤਾਂ ਮੈਂ ਕਹਿੰਨੀ ਆ ਕਿ ਹੁਣ ਮਜਬੂਰੀ ਦੀ ਥਾਂ ਇੱਕ ਦੂਜੇ ਨਾਲ ਹਕੀਕੀ ਮਿਲਣ ਦੀ ਥਾਂ ਆਭਾਸੀ ਮਿਲਣੀਆਂ ਇੱਕ ਆਮ ਵਰਤਾਰਾ ਬਣ ਜਾਏਗਾ ਤੇ ਮਨੁੱਖੀ ਰਿਸ਼ਤੇ ਖਿਆਲੀ ਬਣ ਜਾਣਗੇ, ਰੋਜ਼ਗਾਰ ਵੀ ਆਭਾਸੀ ਹੋ ਜਾਣਗੇ, ਹਕੀਕੀ ਰੋਜ਼ਗਾਰ ਖੁੱਸ ਜਾਣਗੇ। ਹਾਂ ਹੋ ਸਕਦਾ ਪ੍ਰਭਾਣੀਏ, ਪਰ ਮੈਨੂੰ ਲੱਗਦਾ ਹੈ ਕਿ ਅਜੇ ਤਾਂ ਇਹ ਬਣਾਉਟੀ ਬੌਧਿਕਤਾ ਇੱਕ ਮੱਛਰ ਦੀ ਬੌਧਿਕਤਾ ਦੇ ਬਰਾਬਰ ਵੀ ਨਹੀਂ ਪਹੁੰਚੀ। ਅੱਛਾ। ਹਾਂ, ਸੋ ਇਸ ਵਾਸਤੇ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ, ਕੇਵਲ ਸਤਰਕ ਰਹਿਣ ਦੀ ਜ਼ਰੂਰਤ ਹੈ। ਹਾਂ ਬਿਲਕੁਲ ਠੀਕ ਕਿਹਾ ਤੁਸੀਂ। ਹਾਲ ਦੀ ਘੜੀ ਇਹ ਤਾਂ ਮੰਨ ਲੈਂਦੇ ਹਾਂ ਕਿ ਮਨੁੱਖੀ ਦਿਮਾਗ ਉੱਪਰ ਰਾਜ ਕਰਨ ਵਾਸਤੇ ਇਸ ਬਣਾਉਟੀ ਬੌਧਿਕਤਾ ਨੂੰ ਬਹੁਤ ਵਕਤ ਲੱਗੇਗਾ ਤੇ ਮਨੁੱਖੀ ਮਨ ਨੂੰ ਸਮਝਣ ਤੇ ਮਨ ਦੀ ਤਰ੍ਹਾਂ ਕੰਮ ਕਰਨ ਉੱਪਰ ਤਾਂ ਹੋਰ ਵੀ ਪਤਾ ਨਹੀਂ ਕਿੰਨਾ ਸਮਾਂ ਲੱਗੇ। ਅਜੇ ਤਾਂ ਹਕੀਕਤ ਇਹ ਹੈ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਵਾਹ ਡਾਕਟਰ ਸਾਹਿਬ ਵਾਹ। ਡਾਕਟਰ ਸਾਹਿਬ, ਜਾਣਕਾਰੀਆਂ ਤਾਂ ਆਪਾਂ ਹੋਰ ਵੀ ਲੈਣੀਆਂ ਨੇ ਤੁਹਾਡੇ ਤੋਂ। ਆਓ ਆਪਾਂ ਪਹਿਲਾਂ ਚਾਹ ਪੀ ਲੈਂਦੇ ਹਾਂ। ਆ ਜਾਓ ਡਾਕਟਰ ਸਾਹਿਬ।
ਵਾਹ ਜੀ ਵਾਹ, ਬੱਲੇ ਬੱਲੇ। ਮੈਨੂੰ ਲੱਗਦਾ ਹੈ ਕਿਸੇ ਗੂੜ ਗਿਆਨ ਦੀ ਗੱਲ ਦੀ ਚਰਚਾ ਹੋ ਰਹੀ ਹੈ। हाँ प्रोफेसर जयपाल जी, बहुत बहुत स्वागत है। बड़े मौके ਤੇ ਆਏ ਹੋ ਸਰ। ਥੈਂਕ ਯੂ ਮੇਰਾ ਤਾਂ ਮਸਲਾ ਹੀ ਹੱਲ ਹੋ ਗਿਆ। ਹਾਂ ਅਸੀਂ ਚਰਚਾ ਕਰ ਰਹੇ ਸੀ ਬਣਾਉਟੀ ਬੌਧਿਕਤਾ ਦੇ ਉੱਪਰ। ਆ ਸਾਡੀ ਪ੍ਰਭਾਣੀ ਕਹਿ ਰਹੀ ਸੀ ਕਿ ਬਣਾਉਟੀ ਬੌਧਿਕਤਾ ਦਾ ਇਤਿਹਾਸ ਵੀ ਕੋਈ ਘੱਟ ਹੈਰਾਨੀ ਭਰਿਆ ਨਹੀਂ। ਹੁਣ ਜਦ ਤੋਂ ਬਣ ਮਾਨਸ ਤੋਂ ਮਨੁੱਖ ਬਣਿਆ, ਉਦੋਂ ਤੋਂ ਹੀ ਮਨੁੱਖੀ ਮਨ ਉੱਚੀਆਂ ਉਡਾਰੀਆਂ ਲਾਉਂਦਾ ਰਿਹਾ। ਉਹ ਕੁਦਰਤੀ ਵਰਤਾਰਿਆਂ ਨੂੰ ਦੇਖਦਾ, ਨਿਰਖ ਕਰਦਾ ਤੇ ਨਵੇਂ-ਨਵੇਂ ਸਿੱਟੇ ਕੱਢਣ ਦੇ ਨਾਲ ਹੀ ਉਹ ਜਾਣੇ ਅਣਜਾਣੇ ਉਹਨਾਂ ਕੁਦਰਤੀ ਸ਼ਕਤੀਆਂ ਦੇ ਮੁਕਾਬਲੇ 'ਚ ਪਿਆ ਰਿਹਾ, ਨਹੀਂ ਸਰ? ਜੀ ਬਿਲਕੁਲ ਸਹੀ ਕਿਹਾ ਪ੍ਰਭਾਣੀ ਜੀ ਨੇ। ਆਲੇ ਦੁਆਲੇ ਦੀ ਨਿਰਖ ਪਰਖ ਕਰਨੀ, ਖੋਜਣਾ, ਸਮਝਣਾ ਤੇ ਰੀਸ ਕਰਨ ਦੀ ਕੋਸ਼ਿਸ਼ ਕਰਨਾ ਮਨੁੱਖੀ ਸੁਭਾਅ ਦਾ ਹਿੱਸਾ ਹੈ। ਇਹੀ ਤਾਂ ਕਾਰਨ ਹੈ ਕਿ ਮਨੁੱਖ ਪੰਛੀਆਂ ਦੀ ਤਰਜ਼ ਤੇ ਉੱਡਣਾ ਚਾਹੁੰਦਾ ਸੀ, ਆਖਰਕਾਰ ਉੱਡ ਪਿਆ। ਬਹੁਤ ਹੀ ਵੱਡੀਆਂ ਵੱਡੀਆਂ ਉੱਡਣ ਮਸ਼ੀਨਾਂ ਬਣਾ ਲਈਆਂ। ਬਿਲਕੁਲ ਸਰ, ਤੇ ਤੁਸੀਂ ਇਹ ਵੀ ਤਾਂ ਵੇਖੋ ਨਾ, ਪਰੀ ਕਹਾਣੀਆਂ 'ਚ ਪਰੀਆਂ ਦੇ ਲੱਗੇ ਪਰ ਤੇ ਉਹਨਾਂ ਦੇ ਉਤਾਰ ਕੇ ਰੱਖ ਦਿੱਤੇ ਜਾਣ ਨਾਲ ਉਹਨਾਂ 'ਚ ਉੱਡਣ ਸ਼ਕਤੀ ਖਤਮ ਹੋਣਾ ਵੀ ਤਾਂ ਹਵਾਈ ਉਡਾਣ ਬਾਬਤ ਸੁਪਨਾ ਹੀ ਸੀ। ਬਿਲਕੁਲ, ਪਰੀ ਕਹਾਣੀਆਂ ਵਿੱਚ ਵੀ ਉੱਡਣ ਦਾ ਜ਼ਿਕਰ ਹੈ ਤੇ ਪੁਰਾਤਨ ਲੋਕ ਕਥਾਵਾਂ ਵਿੱਚ ਵੀ ਉੱਡਣ ਖਟੋਲੇ ਰਾਹੀਂ ਅਸਮਾਨਾਂ ਵਿੱਚ ਚਲੇ ਜਾਣ ਦਾ ਸੰਕਲਪ ਹਵਾਈ ਜਹਾਜ਼ ਦਾ ਹੀ ਸੰਕਲਪ ਸੀ। ਤੇ ਸਰ ਗਲਪ ਵਿੱਚ ਤਾਂ ਉਹਨਾਂ ਬੁੱਤਾਂ ਦੀ ਵੀ ਗੱਲ ਹੈ ਜਿਹੜੇ ਜੋ ਚਾਹੋ ਕੰਮ ਕਰ ਦਿੰਦੇ ਨੇ। ਉਹ ਵੀ ਤਾਂ ਕਿਤੇ ਨਾ ਕਿਤੇ ਅੱਜ ਦੇ ਰੋਬੋਟ ਦਾ ਹੀ ਸੁਪਨਾ ਸੀ ਕਿ ਨਹੀਂ? ਨਹੀਂ, ਉਹ ਰੋਬੋਟ ਦਾ ਨਹੀਂ, ਮਸ਼ੀਨ ਦਾ ਸੁਪਨਾ ਸੀ। ਰੋਬੋਟ ਤਾਂ ਮਸ਼ੀਨ ਦਾ ਅਗਲਾ ਪੜਾਅ ਹੈ। ਰੋਬੋਟ ਦਾ ਸੁਪਨਾ ਤਾਂ ਘੜੇ ਦੇ ਜਿੰਨ ਵਾਲਾ ਸੁਪਨਾ ਹੈ, ਜਿਸ ਨੂੰ ਬਾਹਰ ਕੱਢੋ ਤੇ ਜੋ ਚਾਹੋ ਕਰਵਾ ਲਓ। ਉਹ ਭੱਜ ਨੱਠ ਕੇ ਕੰਮ ਕਰਦਾ ਜਾਂਦਾ ਹੈ ਤੇ ਆਪਣੇ ਆਕਾ ਦਾ ਹੁਕਮ ਵਜਾਉਂਦਾ ਰਹਿੰਦਾ ਹੈ। ਅਰੇਬੀਅਨ ਨਾਈਟਸ 'ਚ ਬਹੁਤ ਸਾਰੀਆਂ ਅਜਿਹੀਆਂ ਗਲਪ ਕਥਾਵਾਂ ਨੇ ਜਿਨ੍ਹਾਂ ਨੂੰ AI ਬਾਬਤ ਮਨੁੱਖੀ ਮਨ ਦੀ ਉਡਾਰੀ ਕਹਿਣ 'ਚ ਕਿਸੇ ਨੂੰ ਸੰਕੋਚ ਨਹੀਂ ਹੋਣਾ ਚਾਹੀਦਾ। ਦੇਖੋ ਜੀ, ਗਲਪ ਵਿੱਚ ਤਾਂ ਇਸ ਦਿਓ ਦਾ ਜ਼ਿਕਰ ਬਹੁਤ ਪੁਰਾਤਨ ਕਾਲ ਤੋਂ ਚੱਲਦਾ ਆ ਰਿਹਾ ਹੈ। ਮੇਰੀ ਸ਼ੈਲੇ ਨੇ 1818 ਵਿੱਚ ਆਪਣੇ ਨਾਵਲ ਵਿੱਚ ਇੱਕ ਦੈਂਤ ਦਾ ਵਰਣਨ ਕੀਤਾ ਹੈ ਜਿਸ ਨੂੰ ਫ੍ਰੈਕਨਸਟੇਨ ਦਾ ਦੈਂਤ ਕਿਹਾ ਗਿਆ। ਇਹ ਵੀ ਅੱਜ ਦੇ ਰੋਬੋਟ ਦਾ ਹੀ ਸੁਪਨਾ ਸੀ। ਹਾਂਜੀ ਪ੍ਰੋਫੈਸਰ ਸਾਹਿਬ, ਆਪ ਜੀ ਦਾ ਇਹ ਬਚਨ ਤਾਂ ਸਹੀ ਹੈ। ਹਾਂ, ਪਰ ਕੀ ਕਰੀਏ, ਅਸੀਂ ਤਾਂ ਹੁਣ ਪੁਰਾਤਨ ਕਾਲ ਦੇ ਗਲਪ ਨੂੰ ਹੀ ਹਕੀਕਤ ਮੰਨੀ ਬੈਠੇ। ਹਾਂਜੀ ਹਾਂ, ਦਰਅਸਲ ਵਿਗਿਆਨ ਦੇ ਵਿਦਿਆਰਥੀਆਂ ਦੀ ਤਾਂ ਅੱਜ ਦੀ ਲੋੜ ਇਹ ਹੈ ਕਿ ਉਹ ਗਲਪ ਨੂੰ ਹਕੀਕਤ ਸਾਬਤ ਕਰਨ ਵਿੱਚ ਸਮਾਂ ਗਵਾਉਣ ਦੀ ਥਾਂ ਵਿਗਿਆਨਕ ਨਜ਼ਰੀਏ ਦੇ ਧਾਰਨੀ ਬਣ ਕੇ ਵਿਗਿਆਨ ਦੀ ਖੋਜ ਕਰਨ। ਬਿਲਕੁਲ। ਭਵਿੱਖ ਦੇ ਵਿਗਿਆਨ ਦੀ ਸਿਰਜਣਾ ਵਿੱਚ ਜੁਟ ਕੇ ਮੁਲਕ ਨੂੰ ਆਧੁਨਿਕ ਸੋਚ ਨਾਲ ਲੈਸ ਕਰਨ ਵੱਲ ਨੂੰ ਅਗਰਸਰ ਹੋਣ। ਸਾਡੀ ਲੋੜ ਹੈ ਕਿ ਸਾਡੇ ਵਿਦਿਆਰਥੀ ਤੇ ਖੋਜੀ ਗਲਪ ਦੇ ਵਿਚਾਰ ਤੋਂ ਉੱਤੇ ਉੱਠਣ ਤੇ ਉਸ ਨੂੰ ਹਕੀਕਤ ਬਣਾਉਣ ਵੱਲ ਪਲਾਂਘਾਂ ਪੁੱਟਣ। ਪਰ ਸਰ ਇਹ ਵੀ ਤਾਂ ਸੱਚ ਹੀ ਹੈ ਕਿ ਅਜਿਹਾ ਗਲਪ ਸਾਹਿਤ ਜੋ ਮਨੁੱਖੀ ਮਨ ਦੀ ਉਡਾਰੀ ਨਾਲ ਸਿਰਜਿਆ ਗਿਆ, ਸੰਸਾਰ ਦੇ ਬਹੁਤ ਸਾਰੇ ਹੋਰ ਮੁਲਕਾਂ ਵਿੱਚ ਵੀ ਪਿਆ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਤਾਂ ਆਪਣੇ ਅਹੰਕਾਰ ਕਾਰਨ ਪੁਰਾਤਨ ਕਾਲ ਦੇ ਗਲਪ ਵਿੱਚ ਵੀ ਬਾਕੀਆਂ ਨਾਲੋਂ ਪਿੱਛੇ ਰਹਿ ਗਏ। ਆਧੁਨਿਕ ਕਾਲ ਵਿੱਚ ਉਸ ਗਲਪ ਨੂੰ ਹਕੀਕਤ ਵੱਲ ਲੈ ਕੇ ਜਾਣ ਦੀ ਥਾਂ ਅਸੀਂ ਭਾਰਤਵਾਸੀ ਤਾਂ ਸੁਪਨ ਸੰਸਾਰ ਵਿੱਚ ਜੀਉ ਰਹੇ ਹਾਂ। ਇਸੇ ਕਰਕੇ ਵਿਗਿਆਨਕ ਸੋਚ ਤੇ ਟੈਕਨੋਲੋਜੀ ਨੂੰ ਢਾਹ ਲਗਾ ਰਹੇ ਹਾਂ। ਵਾਹ ਸਰ, ਵਾਹ ਵਾਹ ਵਾਹ, ਤੁਸੀਂ ਤਾਂ ਕਪਾਟ ਹੀ ਖੋਲਤੇ ਸੱਚੀ। ਮੈਨੂੰ ਤਾਂ ਆਪ ਜੀ ਦੇ ਕਥਨਾਂ 'ਚੋਂ ਸਾਡੇ ਗੁਲਾਮ ਹੋਣ ਦਾ ਕਾਰਨ ਵੀ ਸਾਹਮਣੇ ਆ ਗਿਆ ਜਾਪਦਾ। ਹੁਣ ਦੇਖੋ, ਵਿਦੇਸ਼ੀ ਸ਼ਕਤੀਆਂ ਹੁਣ ਵੀ ਵਿਗਿਆਨ ਨਾਲ ਮਸ਼ੀਨਾਂ ਤਿਆਰ ਕਰਕੇ ਸਾਨੂੰ ਵੇਚਣਗੀਆਂ, ਜਦਕਿ ਅਸੀਂ ਪੁਰਾਤਨ ਕਾਲ ਦੇ ਗਲਪ ਨੂੰ ਹੀ ਵਿਗਿਆਨ ਸਾਬਤ ਕਰਨ 'ਚ ਲੱਗੇ ਰਹਾਂਗੇ, ਨਹੀਂ? ਪ੍ਰਭਾ ਜੀ, ਸਾਡੀ ਅਸਲੀ ਲੋੜ ਹੈ ਕਿ ਅਸੀਂ ਬਣਾਉਟੀ ਬੌਧਿਕਤਾ ਦੇ ਵਿਕਾਸ ਦੇ ਵਰਤਮਾਨ ਪੜਾਅ ਨੂੰ ਸਮਝੀਏ ਤੇ ਸਾਡੇ ਗਲਪ ਵਿੱਚੋਂ ਤੇ ਸੰਸਾਰ ਦੀ ਹਕੀਕਤ ਵਿੱਚੋਂ ਸਮਝ ਵਿਕਸਿਤ ਕਰਕੇ ਅੱਗੇ ਵਧੀਏ। ਬਿਲਕੁਲ ਠੀਕ ਸਰ। ਸਾਨੂੰ ਆਧੁਨਿਕ ਵਕਤਾਂ ਦੌਰਾਨ ਘਰ 'ਚ, ਜਨਤਕ ਥਾਵਾਂ ਤੇ ਜਾਂ ਕੰਮ ਦੇ ਸਥਾਨ ਤੇ ਜੀਵਨ ਨੂੰ ਹੋਰ ਸੌਖਾ ਬਣਾਉਣ ਦੇ ਵਾਸਤੇ ਬਣਾਉਟੀ ਬੌਧਿਕਤਾ, ਖੋਜ ਤੇ ਵਿਕਾਸ 'ਚ ਉੱਭਰ ਰਹੇ ਨਵੇਂ ਖੇਤਰਾਂ ਉੱਪਰ ਧਿਆਨ ਕੇਂਦਰਿਤ ਕਰਨ ਦੇ ਮਹੱਤਵ ਉੱਪਰ ਪਹਿਰਾ ਦੇਣਾ ਪਵੇਗਾ। ਵੈਸੇ ਇੱਕ ਗੱਲ ਦੱਸਾਂ, ਸੱਚਾਈ ਇਹ ਹੈ ਕਿ ਅਸੀਂ ਬਣਾਉਟੀ ਬੌਧਿਕਤਾ ਦੇ ਖੇਤਰ ਵਿੱਚ ਕਾਫੀ ਜ਼ੋਰ ਲਗਾ ਰਹੇ ਹਾਂ ਤੇ ਸੰਸਾਰ ਵਿੱਚ ਕਾਫੀ ਉੱਚੇ ਡੰਡੇ ਉੱਪਰ ਪਹੁੰਚ ਗਏ ਹਾਂ। ਪਰ ਇਸ ਤੋਂ ਅੱਗੇ ਛਾਲ ਮਾਰਨ ਵਾਸਤੇ ਆਧੁਨਿਕਤਾ ਤੇ ਵਿਗਿਆਨ ਦੇ ਮਨੁੱਖੀ ਵਿਕਾਸ ਦੇ ਨਿਯਮਾਂ ਦੀ ਜਾਣਕਾਰੀ ਨੂੰ ਸੰਬਲ ਬਣਾਉਣਾ ਪਵੇਗਾ। ਪ੍ਰਭਾਣੀ ਹੈ, ਡਾਕਟਰ ਸ਼ਾਮ ਸੁੰਦਰ ਦੀਪਤੀ ਹੁਣਾਂ ਨੂੰ ਤਾਂ ਅਸੀਂ ਚਾਹ ਪਿਲਾਤੀ, ਤੇ ਜੈਪਾਲ ਸਿੰਘ ਜੀ ਹੁਣਾਂ ਨੇ ਕਿਹੜਾ ਗੁਨਾਹ ਕੀਤਾ? ਨਹੀਂ, ਜ਼ਰੂਰ। ਆਓ ਸਰ, ਆਓ। ਡਾਕਟਰ ਸ਼ਾਮ ਸੁੰਦਰ ਜੀ, ਮੈਂ ਤਾਂ ਬਹੁਤ ਵੱਡੀ ਸ਼ਸ਼ੋਪੰਚ ਹਾਂ, ਸੱਚੀ ਦੱਸਾਂ।
ਹੁਣ ਦੇਖੋ, ਇੱਕ ਪਾਸੇ ਰੋਬੋਟਿਕ ਸਰਜਰੀ ਦੀ ਵਰਤੋਂ ਕੀਤੀ ਜਾ ਰਹੀ ਹੈ, ਠੀਕ ਹੈ, ਦੂਜੇ ਪਾਸੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਤੇ ਇੱਧਰ ਉੱਧਰ ਲਿਜਾਣ ਵਾਸਤੇ ਜਿਹੜੀਆਂ ਰੋਬੋ ਟਰਾਲੀਆਂ ਨੇ ਉਹ ਵੀ ਨਹੀਂ ਵਰਤੀਆਂ ਜਾ ਰਹੀਆਂ। ਹਸਪਤਾਲ ਦੇ ਅਮਲੇ ਨੂੰ ਵੀ ਜੋਖਮ ਚ ਪਾਉਂਦੇ ਆ ਤੇ ਲੋਕਾਂ 'ਚ ਵੀ ਬੇਭਰੋਸਗੀ ਪੈਦਾ ਕਰਕੇ ਨੁਕਤਾਚੀਨੀ ਸਹਿੰਦੇ ਆ। ਹਾਂ, ਤੁਸੀਂ ਸਹੀ ਕਹਿ ਰਹੇ ਹੋ। ਅਜਿਹਾ ਪ੍ਰਬੰਧ ਤਾਂ ਅੱਜ ਦੇ ਪੱਧਰ ਤੇ AI ਦੇ ਵਿਕਾਸ ਵਿੱਚ ਕੋਈ ਮੁਸ਼ਕਿਲ ਕੰਮ ਨਹੀਂ ਸੀ। ਅਸੀਂ ਰੋਬੋ ਟਰਾਲੀਆਂ ਦੁਆਰਾ ਮਰੀਜ਼ਾਂ ਨੂੰ ਖਾਣਾ ਆਦਿ ਸਿੱਧਾ ਪਹੁੰਚਾ ਸਕਦੇ ਸੀ, ਮਰੀਜ਼ਾਂ ਦੇ ਮਨੋਰੰਜਨ ਦਾ, ਉਹਨਾਂ ਦੇ ਸੰਬੰਧੀਆਂ ਨਾਲ ਗੱਲਬਾਤ ਕਰਾਉਣ ਦਾ ਪ੍ਰਬੰਧ ਕਰ ਸਕਦੇ ਸੀ। ਡਾਕਟਰ ਸਾਹਿਬ, ਅਸੀਂ ਤਾਂ ਪਾਕਿਸਤਾਨ ਦਾ ਪੈਟਨ ਟੈਂਕ ਤੋੜਨ ਵਾਸਤੇ 1965 ਤੇ ਜੰਗ ਦੌਰਾਨ ਹੀ ਗੋਲਾ ਤਿਆਰ ਕਰ ਲਿਆ ਸੀ ਤੇ ਆਹ ਕੰਮ ਤਾਂ ਬਹੁਤ ਹੀ ਸੌਖਾ ਸੀ। ਕਿਉਂ ਡਾਕਟਰ ਸਾਹਿਬ? ਆਹੋ ਜੀ, ਜੇ ਬਾਜ਼ਾਰ ਦੀ ਤੁਹਾਡੀ ਖਰੀਦੋ ਫਰੋਖਤ ਦੀ, ਤੁਹਾਡੇ ਮਨੋਰੰਜਨ ਦੀ ਸੁਵਿਧਾ AI ਰਾਹੀਂ ਹੋ ਸਕਦੀ ਹੈ ਤਾਂ ਕੋਵਿਡ-19 ਕੇਅਰ ਵਿੱਚ ਵੀ ਹਸਪਤਾਲਾਂ ਦੀ, ਵੈਂਟੀਲੇਟਰਾਂ ਦੀ, ਆਕਸੀਜਨ ਦੀ ਸੁਵਿਧਾ ਦੀ ਸਟੀਕ ਸੂਚਨਾ ਦਾ ਪ੍ਰਬੰਧ ਹੋ ਸਕਦਾ ਸੀ। ਸਰ, ਹੁਣ ਤਾਂ ਐਪ ਰਾਹੀਂ ਸਫ਼ਰ ਦੀ, ਸੈਰ ਸਪਾਟੇ ਦੀ, ਵਾਹਨ ਦੀ ਤੇ ਹੋਟਲ ਵਗੈਰਾ ਦੀ ਯੋਜਨਾਬੰਦੀ ਬਹੁਤ ਹੀ ਸਟੀਕ ਹੋ ਜਾਂਦੀ ਹੈ ਇਸ AI ਦੇ ਸਹਾਰੇ। AI ਦਾ ਆਪਰੇਸ਼ਨਾਂ, ਰੋਗ ਬੁੱਝਣ ਤੇ ਲੈਬੋਰਟਰੀ ਸੇਵਾਵਾਂ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ। ਨਵੀਆਂ ਦਵਾਈਆਂ ਦੀ ਖੋਜ ਤੇ ਦਰਦ ਦਾ ਪਤਾ ਲਗਾਉਣ ਵਿੱਚ ਵੀ AI ਸਹਾਈ ਹੈ। ਰੋਬੋਟਾਂ ਨੇ ਤਾਂ ਡਾਕਟਰ ਸਾਹਿਬ ਇਲਾਜ ਪ੍ਰਣਾਲੀ 'ਚ ਕਮਾਲ ਹੀ ਕਰ ਦਿੱਤੀ ਹੈ। ਅਜੇ ਤਾਂ ਹੋਰ ਕਰਿਸ਼ਮੇ ਕਰਨ ਵੱਲ ਅਸੀਂ ਵੱਧ ਰਹੇ ਹਾਂ। ਹੁਣ ਤਾਂ ਰੋਬੋਟਿਕ ਸਰਜਰੀ ਤੋਂ ਅੱਗੇ ਸੋਚਣ ਸਮਝਣ ਵਾਲੇ, ਆਪੇ ਜਾਂਚ ਕਰਕੇ ਰੋਗ ਬੁੱਝਣ ਵਾਲੇ, ਆਪੇ ਇਲਾਜ ਦੀ ਯੋਜਨਾਬੰਦੀ ਕਰਨ ਵਾਲੇ ਤੇ ਆਪੇ ਇਲਾਜ ਕਰ ਦੇਣ ਵਾਲੇ ਰੋਬੋਟਿਕਸ ਇਜਾਦ ਕਰਨ ਵੱਲ ਅਸੀਂ ਕਦਮ ਵਧਾ ਰਹੇ ਹਾਂ। ਬਿਲਕੁਲ ਬਿਲਕੁਲ। AI ਨੇ ਹੁਣ ਪੁਰਾਣੀਆਂ ਤਰਤੀਬਾਂ ਚੋਂ ਹੀ ਨਵੀਆਂ ਨੂੰ ਜਨਮ ਦੇਣਾ ਹੈ ਤੇ ਪੁਰਾਣਿਆਂ ਨੇ ਨਵਿਆਂ ਨੂੰ ਜਗ੍ਹਾ ਦੇਣੀ ਹੈ। ਰੁੱਤ ਨਵਿਆਂ ਦੀ ਆਈ ਹੈ। ਪਰਵਾਣੀ, ਤੁਸੀਂ ਮਾਹੌਲ ਥੋੜਾ ਜਿਹਾ ਪੋਇਟਿਕ ਕਰਤਾ। ਪਿੱਪਲ ਦੇ ਪੱਤਿਆਂ ਵੇ ਕਹੀ ਖੜਖੜ ਲਾਈ ਏ, ਪੱਤ ਝੜੇ ਪੁਰਾਣੇ, ਰੁੱਤ ਨਵਿਆਂ ਦੀ ਆਈ ਏ। ਵਾਹ ਜੀ ਵਾਹ, ਬਹੁਤ ਸਵਾਦ ਚਾਹ ਸੀ। ਮੈਨੂੰ ਲੱਗਦਾ ਹੈ ਇੱਕ ਦਿਨ ਤੁਸੀਂ AI ਪੱਧਤੀ ਰਾਹੀਂ ਇਹ ਪਤਾ ਕਰ ਲਓਗੇ ਕਿ ਮਹਿਮਾਨ ਨੂੰ ਚਾਹ ਸਵਾਦ ਲੱਗੀ ਹੈ ਕਿ ਨਹੀਂ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਸ਼ੁਕਰੀਆ ਸਰ, ਕੀ ਬਾਤ ਹੈ। ਪਰਵਾਣੀ, ਹੁਣ ਸਾਡੇ ਕੋਲ ਦੋ ਮਹਾਰਥੀ ਨੇ। ਓਕੇ ਸਰ, ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਹਾਂਜੀ। ਸਾਡੀ ਪਰਵਾਣੀ ਨੇ ਇੱਕ ਗੱਲ ਕੀਤੀ ਹੈ ਜੋ ਬਹੁਤ ਸਿਆਣੀ ਵੀ ਹੈ ਤੇ ਵਿਹਾਰਕ ਵੀ। ਇਹ ਕਹਿੰਦੀ ਹੈ ਕਿ ਪੁਰਾਣਿਆਂ ਨੂੰ ਹੁਣ ਨਵਿਆਂ ਵਾਸਤੇ ਜਗ੍ਹਾ ਖਾਲੀ ਕਰ ਦੇਣੀ ਚਾਹੀਦੀ ਹੈ। ਠੀਕ ਹੈ, ਕਹਿੰਦੇ ਕਿ ਰੁੱਖਾਂ ਦੇ ਵੀ ਪੁਰਾਣੇ ਪੱਤੇ ਨਵਿਆਂ ਵਾਸਤੇ ਝੜ ਜਾਂਦੇ ਨੇ, ਪਰ ਹੁਣ ਸਥਿਤੀ ਇਹ ਹੈ ਕਿ ਇੱਥੇ ਅਜੇ ਵੀ ਨਵਿਆਂ ਨੂੰ ਜਗ੍ਹਾ ਦੇਣ ਦੀ ਥਾਂ ਬਾਜ਼ਾਰ ਵੀ ਤੇ ਪੁਰਾਣੇ ਕੰਮ ਕਰਨ ਵਾਲੇ ਵੀ ਆਪੇ ਪੜਮੱਲੀ ਬੈਠੇ ਨੇ। ਕਬਰਾਂ 'ਚ ਲੱਤਾਂ ਨੇ ਪਰ ਨਵਿਆਂ ਨੂੰ ਜਗ੍ਹਾ ਨਹੀਂ ਦਿੰਦੇ। ਬਹੁਤ ਸਿਆਣੀ ਗੱਲ ਕਰ ਰਹੇ ਨੇ ਪ੍ਰਭਾਣੀ ਜੀ। ਪ੍ਰਭਾਣੀ ਜੀ ਦੀ ਗੱਲ ਬਿਲਕੁਲ ਠੀਕ ਹੈ। ਇਸ ਦਾ ਇੱਕ ਵੱਡਾ ਕਾਰਨ ਹੈ ਸਥਾਪਤੀ ਨੂੰ ਕਾਇਮ ਰੱਖਣ ਦੀ ਚਾਹਨਾ, ਇੱਛਾ। ਨਵੀਂ ਸੋਚ ਦੇ ਮਾਲਕ ਹੁੰਦੇ ਨੇ, ਆਜ਼ਾਦ ਖਿਆਲ ਹੁੰਦੇ ਨੇ। ਪੁਰਾਣੇ ਬਹੁਤੀ ਵਾਰੀ ਦੱਬੂ ਤੇ ਜੀ ਹਜ਼ੂਰੀਏ ਜਿਹੇ ਹੁੰਦੇ ਨੇ। ਲੋੜ ਦੋਵਾਂ ਦੇ ਸੁਮੇਲ ਦੀ ਹੈ ਤਾਂ ਕਿ ਪੁਰਾਣੇ ਤੁਰਦੇ ਜਾਣ ਤੇ ਨਵੇਂ ਆਉਂਦੇ ਜਾਣ ਉਹਨਾਂ ਦੀ ਥਾਂ ਤੇ। AI ਸ਼ਾਇਦ ਇਸ ਵਰਤਾਰੇ ਵਾਸਤੇ, ਨਵੀਆਂ ਪੈਦਾ ਹੋਈਆਂ ਲੋੜਾਂ ਦੀ ਪੂਰਤੀ ਵਾਸਤੇ ਨਵੇਂ ਰਾਹ ਖੋਲ੍ਹ ਹੀ ਦੇਵੇ। ਇਹੀ ਤਾਂ ਗੱਲ ਹੈ ਕਿ ਬਣਾਉਟੀ ਬੌਧਿਕਤਾ ਨਾਲ ਆ ਰਹੀਆਂ ਵੱਡੀਆਂ ਤਬਦੀਲੀਆਂ ਨੂੰ ਚੌਥਾ ਸਨਅਤੀ ਇਨਕਲਾਬ ਗਰਦਾਨਿਆ ਗਿਆ ਹੈ। ਦੇਖੋ ਜੀ, ਹੱਥ ਦੀ ਥਾਂ ਮਸ਼ੀਨਾਂ ਦੁਆਰਾ ਕੰਮ ਸੀ, ਫਿਰ ਸਵੈ ਚਾਲਿਤ ਮਸ਼ੀਨਾਂ ਦੀ ਥਾਂ ਲੈ ਲਈ ਡਿਜੀਟਲ ਸੰਸਾਰ ਨੇ ਜੀ। ਇਹਨਾਂ ਤਿੰਨਾਂ ਤੋਂ ਬਾਅਦ ਹੁਣ AI ਆ ਗਈ, ਚੌਥਾ ਇਨਕਲਾਬ, ਜੋ ਬਦਲ ਦੇਵੇਗੀ ਸਾਡੇ ਚੱਲ ਰਹੇ ਉਤਪਾਦਨ ਦੇ ਸਾਰੇ ਅਮਲ ਨੂੰ। ਸਰ, ਸਭ ਕੁਝ ਬਦਲ ਗਿਆ ਹੈ ਨਾ। ਮੈਨੂੰ ਇੱਕ ਗੱਲ ਦੱਸੋ, ਵਪਾਰ ਦੇ ਤੌਰ ਤਰੀਕੇ ਉਹੀ ਪੁਰਾਣੇ ਰਹਿਣਗੇ ਜਾਂ ਉਹ ਵੀ ਬਦਲਣਗੇ? ਨਾ, ਬਦਲਾਅ ਕਦੇ ਵੀ ਕੱਲੇ ਕਾਰੇ ਖੇਤਰ 'ਚ ਨਹੀਂ ਆਉਂਦਾ। ਉਤਪਾਦਨ ਹੀ ਨਹੀਂ, ਸਗੋਂ ਵਿਤਰਨ ਨੂੰ ਵੀ ਬਦਲ ਦੇਵੇਗਾ ਇਹ ਚੌਥਾ ਉਦਯੋਗਿਕ ਇਨਕਲਾਬ। ਬਦਲ ਜਾਏਗਾ ਵਪਾਰ, ਬਦਲ ਜਾਣਗੇ ਤੌਰ ਤਰੀਕੇ ਵਿਗਿਆਪਨਾਂ ਦੇ, ਹਿਸਾਬ ਕਿਤਾਬ ਦੇ, ਮੰਗ ਪੈਦਾ ਕਰਨ ਦੇ, ਮੰਗ ਦਾ ਅਨੁਮਾਨ ਲਗਾਉਣ ਦੇ ਤੇ ਲੋਕਾਂ ਦੀਆਂ ਤਰਜੀਹਾਂ ਬਣਾਉਣ ਦੇ। ਆਹੋ ਜੀ, ਸਮਾਜ ਤਾਂ ਬਦਲ ਹੀ ਗਿਆ ਹੈ। ਮੋਬਾਈਲ ਤੇ ਕੰਪਿਊਟਰ ਨੇ ਪਰਿਵਾਰ ਤੋੜਤੇ, ਇਕੱਠੇ ਮਿਲ ਕੇ ਬੈਠਣ ਦਾ ਅਮਲ ਖਤਮ ਹੋ ਰਿਹਾ ਹੈ। ਇੱਕ ਦੂਜੇ ਤੋਂ ਸਿੱਖਣਾ ਤਾਂ ਬੰਦ ਹੀ ਹੋ ਗਿਆ ਹੈ। ਇੱਕ ਤਰਫਾ ਸੂਚਨਾ ਨੇ ਬਿਨਾਂ ਗਲਤ ਠੀਕ ਦਾ ਨਿਰਣਾ ਕੀਤੇ ਮਨੁੱਖੀ ਸੋਚ ਸਿਰਜਣੀ ਸ਼ੁਰੂ ਕਰ ਦਿੱਤੀ ਹੈ। ਹਾਂਜੀ ਹਾਂ, ਵਪਾਰ ਵੀ ਹੁਣ ਤਾਂ ਆਨਲਾਈਨ ਹੋ ਗਿਆ।
ਕਿਤੇ ਨਵੇਂ ਪੈਕਿੰਗ ਦੇ ਤਰੀਕੇ, ਕਿਤੇ ਨਵੀਆਂ ਕੋਰੀਅਰ ਸੇਵਾਵਾਂ, ਸਮਾਨ ਬਦਲਾਉਣ ਦੇ, ਭੁਗਤਾਨ ਦੇ ਨਵੇਂ ਮਾਪਦੰਡ ਆ ਗਏ ਨੇ ਸਾਡੇ ਸਾਹਮਣੇ। ਸਰ ਸਿੱਖਿਆ ਬਦਲ ਗਈ, ਵਿਗਿਆਨ ਤੇ ਖੋਜ ਦੀ ਦਿਸ਼ਾ ਬਦਲ ਗਈ। ਮੈਨੂੰ ਲੱਗਦਾ ਹੁਣ ਖੋਜ ਹੈ ਬੰਦੇ ਦੀ ਥਾਂ ਮਸ਼ੀਨ ਲਿਆਉਣ ਦੀ, ਤੇ ਉਸ ਤੋਂ ਵੀ ਜ਼ਿਆਦਾ ਉਸ ਮਸ਼ੀਨ ਵਿੱਚ ਸੰਵੇਦਨਾ ਪੈਦਾ ਕਰਨ ਦੀ। ਹਾਂਜੀ ਹਾਂ ਪ੍ਰਭਾ ਜੀ, ਇਸ ਇਨਕਲਾਬ ਨਹੀਂ ਤਾਂ ਭੋਗ ਪਾਉਣਾ ਹੈ ਪਥਰਾਟੀ ਬਾਲਣਾ ਦੀ ਲੋੜ ਦਾ। ਇਸੇ ਨੇ ਬਚਾਉਣਾ ਹੈ ਪਰਿਆਵਰਣ ਨੂੰ ਤੇ ਬਣਾਉਣਾ ਹੈ ਪਾਂਦੀ ਟਿਕਾਊ ਵਿਕਾਸ ਦੇ ਪੈਂਡੇ ਦਾ। ਪ੍ਰੋਫੈਸਰ ਸਾਹਿਬ, ਇਹ ਸਭ ਤਾਂ ਠੀਕ ਹੈ, ਪਰ ਇਹ ਬਣਾਉਟੀ ਬੁੱਧੀ ਤਾਂ ਮਹਿੰਗੀ ਬਹੁਤ ਹੈ। ਜਿਨ੍ਹਾਂ ਦੇ ਕਬਜ਼ੇ 'ਚ ਹੋਵੇਗੀ ਉਹਨਾਂ ਕੋਲ ਲੱਗ ਜਾਣਗੇ ਦੌਲਤਾਂ ਦੇ ਅੰਬਾਰ, ਤੇ ਬਾਕੀ ਬਣ ਜਾਣਗੇ ਕਸਿਆਰੇ। ਹਾਂ ਪ੍ਰਭਾਣੀ ਜੀ, ਹੋ ਤਾਂ ਸਕਦਾ ਹੈ, ਪਰ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਪਾਰਦਰਸ਼ਤਾ, ਭਾਈ ਭਤੀਜਾਵਾਦ ਤੇ ਭ੍ਰਿਸ਼ਟਾਚਾਰ ਰੋਕ ਕੇ ਕੇਵਲ ਕਾਬਲ ਵਿਅਕਤੀਆਂ ਦੀ ਚੋਣ ਕਰਨਾ ਵੀ ਤਾਂ AI ਨਾਲ ਹੀ ਸੰਭਵ ਹੋਏਗਾ। ਸਰ ਤਾਂ ਹੀ ਹੋਵੇਗਾ ਸੰਭਵ ਨਾ ਜੇ ਨੌਕਰੀਆਂ ਬਚਣਗੀਆਂ। AI ਨੇ ਤਾਂ ਬੰਦਿਆਂ ਦੀ ਥਾਂ ਮਸ਼ੀਨਾਂ ਹੀ ਲਾਉਣੀਆਂ ਨੇ। ਪਰ ਮਨੁੱਖੀ ਵਿਕਾਸ ਦਾ, ਵਿਗਿਆਨ ਦਾ, ਟੈਕਨੋਲੋਜੀ ਦਾ ਮੂਲ ਮੁੱਦਾ ਤਾਂ ਇਹੀ ਹੈ ਕਿ ਸਭ ਕੁਝ ਮਨੁੱਖਤਾ ਦੇ ਭਲੇ ਵਾਸਤੇ ਹੋਵੇ। ਸਹੀ ਕਿਹਾ ਸਰ। AI ਰਾਹੀਂ ਸਾਨੂੰ ਮਨੁੱਖ ਦੇ ਕੰਮ ਦੇ ਘੰਟੇ ਘਟਾ ਕੇ ਉਹਦੇ ਮਨੋਰੰਜਨ ਤੇ ਸੂਖਮ ਕਲਾਵਾਂ ਅਪਣਾਉਣ ਵਾਸਤੇ, ਸਮਾਜ ਨੂੰ ਚੰਗੇਰਾ ਬਣਾਉਣ ਵਾਸਤੇ ਸਮਾਂ ਦਿਵਾਉਣ ਦੀ ਲੋੜ ਹੈ, ਨਾ ਕਿ ਮਨੁੱਖ ਨੂੰ ਬੇਰੁਜ਼ਗਾਰ ਕਰਨ ਦੀ। ਬਿਲਕੁਲ। ਦਰਅਸਲ ਸਾਨੂੰ ਸਮਝਣ ਦੀ ਲੋੜ ਹੈ ਕਿ ਸੰਸਾਰ ਵਿੱਚ ਮਨੁੱਖ ਦੇ ਜਿਉਣ ਦਾ ਸੰਬਲ ਹੀ ਕਿਰਤ ਹੈ। ਜੇਕਰ ਕਿਰਤ ਖਤਮ ਹੋ ਜਾਵੇਗੀ ਤਾਂ ਮਨੁੱਖ ਸਮਾਜ ਨਾਲੋਂ, ਆਪਣੇ ਆਪ ਨਾਲੋਂ ਬਿਲਕੁਲ ਟੁੱਟ ਜਾਏਗਾ। ਵਾਹ ਸਰ ਵਾਹ। ਇਸੇ ਕਰਕੇ ਜ਼ਰੂਰੀ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਅਸੂਲ ਉਦਮ ਕਰੇਂਦਿਆ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ ਉੱਪਰ ਅਮਲ ਕਰੀਏ ਤੇ ਪਹਿਰਾ ਦਈਏ। ਬਹੁਤ ਖੂਬ ਸਰ, ਕਮਾਲ ਦੀ ਗੱਲ ਕਹੀ ਹੈ। ਉਮੀਦ ਹੈ, ਕਿਉਂਕਿ ਕਹਿੰਦੇ ਨੇ ਉਮੀਦ ਤੇ ਦੁਨੀਆ ਕਾਇਮ ਹੈ, ਸੋ ਉਮੀਦ ਹੈ ਕਿ ਆਪਾਂ ਸਾਰੇ ਰਲ ਕੇ AI ਨੂੰ ਬਰਾਬਰਤਾ ਲਿਆਉਣ ਵਾਲਾ ਤੇ ਖੱਪਿਆਂ ਨੂੰ ਘਟਾਉਣ ਵਾਲਾ ਵਾਹਨ ਬਣਾਈਏ। ਹਾਂਜੀ, ਇਹ ਵੀ ਜਾਣਨ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਬਣਾਉਟੀ ਬੌਧਿਕਤਾ ਨਾਲ ਕਿਹੜੀਆਂ ਨਵੀਆਂ ਗੱਲਾਂ ਹੋਣ ਵਾਲੀਆਂ ਨੇ। ਲਓ, ਤੁਸੀਂ ਇਹ ਨਹੀਂ ਸੁਣਿਆ ਕਿ ਨੈਨੋ ਰੋਬੋਟਸ ਦੇ ਰਾਹੀਂ ਅਸੀਂ ਵਾਤਾਵਰਣ ਵਿੱਚ ਹੋਏ ਬਦਲਾਅ ਨੂੰ ਮੁੜ ਸਹੀ ਕਰਨ ਵਾਸਤੇ ਹਵਾ ਵਿੱਚ ਗੈਸਾਂ ਦਾ ਤਵਾਜ਼ਨ ਮੁੜ ਸਥਾਪਿਤ ਕਰ ਸਕਦੇ ਹਾਂ। ਅਸੀਂ ਇਹਨਾਂ ਨੈਨੋ ਰੋਬੋਟਸ ਰਾਹੀਂ ਤਾਂ ਵਾਤਾਵਰਣ ਵਿੱਚ ਹੋਣ ਵਾਲੇ ਬਦਲਾਵਾਂ ਨੂੰ ਰੋਕ ਵੀ ਸਕਦੇ ਹਾਂ। ਇਲਾਜ ਨਾਲੋਂ ਪਰਹੇਜ਼ ਵੱਲ ਵੱਧ ਸਕਦੇ ਹਾਂ। ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਸਰ। ਹੁਣ AI ਇੱਕ ਐਸਾ ਸਾਧਨ ਹੈ ਜਿਸ ਦੁਆਰਾ ਅਸੀਂ ਪਹੁੰਚ ਕਰ ਸਕਦੇ ਹਾਂ ਦੂਰ ਦੁਰਾਡੇ ਦੁਰਗਮ ਸਥਾਨਾਂ ਦੇ ਵੱਲ ਵੀ। ਬਣਾਉਟੀ ਬੌਧਿਕਤਾ ਦੇ ਸਹਾਰੇ ਤਾਂ ਆਉਣ ਵਾਲੇ ਭਵਿੱਖ ਵਿੱਚ ਅਸੀਂ ਨੈਨੋ ਰੋਬੋਟਸ ਰਾਹੀਂ ਛਾਣ ਸਕਾਂਗੇ ਵਿਸ਼ਾਲ ਮਾਰੂਥਲਾਂ ਨੂੰ। ਵਾਹ। ਸਮੁੰਦਰਾਂ ਦੀਆਂ ਗਹਿਰਾਈਆਂ ਵਿੱਚ ਤੇ ਸੰਘਣੇ ਹਨੇਰੇ ਜੰਗਲਾਂ ਵਿੱਚ ਪਏ ਰਤਨਾਂ ਨੂੰ ਲੱਭਣ ਵਾਸਤੇ ਵੀ ਅਹਿਮ ਭੂਮਿਕਾ ਹੋਵੇਗੀ ਬਣਾਉਟੀ ਬੌਧਿਕਤਾ ਦੀ। ਇਸ ਨਾਲ ਤਾਂ ਅਸੀਂ ਵੇਖ ਸਕਦੇ ਹਾਂ ਸੁੰਨਮਸਾਨ ਪਈਆਂ ਪਹਾੜੀ ਚੋਟੀਆਂ ਨੂੰ ਵੀ, ਤੇ ਪਤਾ ਲਗਾ ਸਕਦੇ ਹਾਂ ਵੀ ਹੈ ਕਿ ਇਹਨਾਂ ਪਹਾੜੀ ਸੁੰਨੀਆਂ ਚੋਟੀਆਂ ਦੇ ਉੱਪਰ। ਵਾਹ ਕਿਆ ਸਰ ਬਾਤ ਹੈ। ਅਸੀਂ ਵਰਤੋਂ ਕਰ ਸਕਦੇ ਹਾਂ AI ਦੀ ਨਵੀਆਂ ਖੋਜਾਂ ਦੇ ਲਈ। ਇਹ AI ਸਹਾਇਕ ਹੋਏਗੀ ਨੇਤਰਹੀਣਾਂ ਲਈ ਵੀ। ਵਿਖਾਏਗੀ ਉਹਨਾਂ ਨੂੰ ਫੋਟੋਆਂ ਜਾਂ ਵੀਡੀਓਜ਼ ਨੂੰ ਸਹੀ ਹਾਲਤ ਵਿੱਚ, ਜਿਨ੍ਹਾਂ ਨੂੰ ਪਹਿਲਾਂ ਉਹ ਕੇਵਲ ਬ੍ਰੇਲ ਰਾਹੀਂ ਹੀ ਦੇਖ ਸਕਦੇ ਸੀ। ਬੈਡੂ ਦੀ ਸਹਾਇਤਾ ਦੇ ਨਾਲ ਬਲੂਟੁੱਥ ਦੀ ਵਰਤੋਂ ਕਰਕੇ ਵਿਸਤਾਰ ਸੁਣਾਇਆ ਜਾਏਗਾ ਕਿ ਜਿਵੇਂ ਬੰਦਾ ਖੁਦ ਹੀ ਉਸ ਦ੍ਰਿਸ਼ ਨੂੰ ਵੇਖ ਰਿਹਾ ਹੋਵੇ। ਸਰ ਇਹ ਗੱਲ ਦੱਸੋ, ਇਹ ਸਹੀ ਹੈ ਕਿ ਮੈਂ ਸੁਣਿਆ ਕਿ ਹੁਣ ਤਾਂ AI ਨੇ ਪੇਂਟਿੰਗਸ ਬਣਾਉਣੀਆਂ ਸ਼ੁਰੂ ਕਰਤੀਆਂ, ਰੰਗ ਭਰਨੇ ਵੀ ਸ਼ੁਰੂ ਕਰਤੇ, ਤਸਵੀਰਾਂ ਬਣਾਉਣੀਆਂ, ਡਿਜ਼ਾਈਨ ਬਣਾਉਣੇ। ਦੇਖੋ, ਜਿਵੇਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਨੇ ਦੱਸਿਆ, ਤੁਸੀਂ ਵੀ ਬਿਲਕੁਲ ਸਹੀ ਕਹਿ ਰਹੇ ਹੋ। ਸਾਡੀ ਰੱਖਿਆ ਖੋਜ ਤੇ ਵਿਕਾਸ ਸੰਸਥਾ ਨੇ ਤਾਂ ਕੈਮੋਫਲਾਜ ਕਰਨ ਵਾਸਤੇ ਧਰਤੀ ਦੇ ਵੱਖ-ਵੱਖ ਥਾਵਾਂ ਦੇ ਰੰਗਾਂ ਨਾਲ ਐਨ ਮਿਲਦੇ ਜੁਲਦੇ ਕਵਰ ਵੀ ਬਣਾ ਲਏ ਨੇ। ਇਸ ਦੇ ਨਾਲ ਹੀ ਅਜਿਹੇ ਨੈਨੋ ਕਿਲਰਸ ਵੀ ਬਣਾ ਲਏ ਨੇ ਜਿਹੜੇ ਫੌਜੀਆਂ ਦੀਆਂ ਜਾਨਾਂ ਗਵਾਉਣ ਤੋਂ ਬਿਨਾਂ ਹੀ ਵਿਰੋਧੀ ਦਲਾਂ ਨੂੰ ਪਛਾਣ ਕੇ ਉਹਨਾਂ ਨੂੰ ਖਤਮ ਕਰ ਸਕਦੇ ਨੇ। ਹਾਂਜੀ, ਹੁਣ ਤਾਂ ਚੈਟਬੋਟ ਰਾਹੀਂ ਇਕਲਾਪੇ ਦੌਰਾਨ ਵਿਅਕਤੀ ਆਪਣੇ ਕਿਸੇ ਨੇੜੇ ਦੇ ਦੋਸਤ ਮਿੱਤਰ ਨਾਲ ਗੱਲਬਾਤ ਇਸ ਤਰ੍ਹਾਂ ਕਰ ਸਕਦਾ ਹੈ ਜਿਵੇਂ ਉਹ ਦੋਸਤ ਮਿੱਤਰ ਉਹਦੇ ਕੋਲ ਹੀ ਹੋਵੇ। ਪਰ ਜਿਵੇਂ ਪਹਿਲਾਂ ਹੀ ਕਿਹਾ ਹੈ, AI ਦਾ ਲਾਭ ਤਾਂ ਹੀ ਹੈ ਜੇਕਰ ਇਹ ਲੋਕਾਂ ਦੇ ਰੁਜ਼ਗਾਰ ਨੂੰ ਨਾ ਖੋਹੇ, ਬਲਕਿ ਲੋਕਾਂ ਦਾ ਕੰਮ ਦਾ ਬੋਝ ਘਟਾ ਕੇ, ਆਰਥਿਕ ਤੇ ਸਮਾਜਿਕ ਪਾੜਾ ਘਟਾ ਕੇ ਲੋਕਾਂ ਨੂੰ ਬਰਾਬਰੀ ਵੱਲ ਲੈ ਕੇ ਜਾਵੇ। ਮੈਂ ਤਾਂ ਇਹਦੀਆਂ ਕਮੀਆਂ ਵੇਖ ਰਹੀ ਸੀ, ਪਰ ਪ੍ਰਭਾ, ਬਣਾਉਟੀ ਬੌਧਿਕਤਾ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ 'ਚ ਸਹਾਇਕ ਹੋਣ ਲਈ ਤੇ ਕਲਿਆਣਕਾਰੀ ਹੋਣ ਲਈ ਸਹਾਈ ਤਾਂ ਹੋ ਹੀ ਸਕਦੀ ਹੈ। ਬਿਲਕੁਲ। ਇਸ ਵਾਸਤੇ AI ਦਾ ਸਵਾਗਤ ਕਰਨਾ ਬਣਦਾ ਹੈ
ਤੇ ਸਤਰਕ ਰਹਿਣ ਦੀ ਵੀ ਲੋੜ ਹੈ। ਇਹ ਬਿਲਕੁਲ ਸਹੀ ਮੁੱਦੇ ਕਿਹਾ, ਦੀ ਗੱਲ ਕਹੀ ਸਹੀ ਹੈ ਕਿਹਾ। ਕਿ ਇਹਦਾ ਸਵਾਗਤ ਵੀ ਕਰਨਾ ਚਾਹੀਦਾ ਹੈ, ਪਰ ਸਤਰਕ ਰਹਿਣ ਦੀ ਲੋੜ ਹੈ। ਬਿਲਕੁਲ। ਤੁਸੀਂ ਸੁਣ ਰਹੇ ਸੀ ਬਨੌਟੀ ਬੌਧਿਕਤਾ ਤੇ ਆਧਾਰਿਤ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 8ਵੀਂ ਕੜੀ। ਲੜੀਵਾਰ ਸੰਯੋਜਕ ਡਾਕਟਰ B.K. ਤਿਆਗੀ। ਪੰਜਾਬੀ ਰੂਪਾਂਤਰ ਖੋਜ ਤੇ ਲੇਖਣ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਹਿੱਸਾ ਲੈਣ ਵਾਲੇ ਕਲਾਕਾਰ ਦਲਜਿੰਦਰ ਸਿੰਘ, ਸੁਰਿੰਦਰ ਬਾਠ, ਪ੍ਰੇਮ ਕਾਕੜੀਆ ਤੇ ਕੁਸੁਮ ਸੋਨੀਆ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੀਪ ਜੋਸ਼ੀ।